TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ ਤੇ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਸਿੱਧੂ ਦੇ ਅਸਤੀਫੇ ਬਾਅਦ ਪੰਜਾਬ ਕਾਂਗਰਸ ਵਿੱਚ ਉੱਠਿਆ ਭੁਚਾਲ, ਮੁਲਾਕਾਤਾਂ ਦੇ ਸਿਲਸਿਲੇ ਜਾਰੀ। ਸਿੱਧੂ ਦਾ ਅਸਤੀਫਾ ਹਾਈ ਕਮਾਂਡ ਨੇ ਕੀਤਾ ਨਾ ਮਨਜ਼ੂਰ, ਹੱਲ ਕੱਢਣ ਲਈ ਪੰਜਾਬ ਕਾਂਗਰਸ ਨੂੰ ਆਖਿਆ। ਸਿੱਧੂ ਦੇ ਘਰ ਦੇਰ ਰਾਤ ਤੱਕ ਚੱਲੀਆਂ ਮੀਟਿੰਗਾਂ, ਕੌਣ ਪੁੱਜਿਆ, ਕਰਾਂਗੇ ਖੁਲਾਸੇ। ਸੁਨੀਲ ਜਾਖੜ, ਬਿੱਟੂ, ਭਗਵੰਤ ਮਾਨ ਤੇ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਤੇ ਵਿੰਨੇ ਨਿਸ਼ਾਨੇ। ਸੰਨੀ ਸਰਕਾਰ ਵਿੱਚ ਮੰਤਰੀਆਂ ਨੂੰ ਵਿਭਾਗਾਂ ਦੀ ਕੀਤੀ ਗਈ ਵੰਡ ਅਤੇ ਮੌਤ ਦੇ 16 ਵਰ੍ਹਿਆਂ ਬਾਅਦ ਸ਼ਹੀਦ ਫੌਜੀ ਜਵਾਨ ਦਾ ਹੋਵੇਗਾ ਸੰਸਕਾਰ। ਦੋਸਤੋ ਇਹ ਕੁਝ ਖਬਰਾਂ ਤੇ ਕੁਝ ਹੋਰ ਵੱਡੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਪ੍ਰੋਗਰਾਮ ਦੌਰਾਨ ਸ਼ਾਮਲ ਕੀਤਾ ਜਾਏਗਾ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਜਿਸ ਦਾ ਬੀਤੇ ਕਈ ਘੰਟਿਆਂ ਤੋਂ ਚਰਚਾ ਹੋ ਰਿਹਾ ਹੈ। ਪੰਜਾਬ ਕਾਂਗਰਸ ਦੇ ਵਿੱਚ ਫਿਰ ਆਖ ਸਕਦੇ ਹਾਂ ਕਿ ਘਮਸਾਨ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਤੋਂ ਬਾਅਦ ਕੈਬਨਿਟ ਮੰਤਰੀਆਂ ਦੇ ਅਸਤੀਫਿਆਂ ਦਾ ਦੌਰ ਵੀ ਲਗਾਤਾਰ ਚੱਲ ਰਿਹਾ ਹੈ। ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਜੋਗਿੰਦਰ ਢੀਂਗਰਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਇਹਨਾਂ ਅਸਤੀਫਿਆਂ ਦੇ ਦਰਮਿਆਨ ਹੀ ਪੰਜਾਬ ਕੈਬਨਿਟ ਦੀ ਇੱਕ ਐਮਰਜੈਂਸੀ ਬੈਠਕ ਜਾਰੀ ਹੈ। ਉੱਥੇ ਦੱਸਿਆ ਗਿਆ ਕਿ ਪ੍ਰਗਟ ਸਿੰਘ ਦੇ ਅਸਤੀਫਾ ਦੇਣ ਦੀਆਂ ਖਬਰਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ, ਪਰ ਪ੍ਰਗਟ ਸਿੰਘ ਕਹਿੰਦੇ ਅਸਤੀਫਾ ਨਹੀਂ ਦਿੱਤਾ, ਪਰ ਹਾਂ ਅਸਤੀਫਾ ਦਿੱਤੇ ਬਗੈਰ ਮੈਂ ਨਵਜੋਤ ਸਿੰਘ ਸਿੱਧੂ ਨੂੰ ਬਣਾਵਾਂਗਾ। ਖਬਰ ਮਿਲੀ ਸੀ ਕਿ ਪ੍ਰਗਟ ਸਿੰਘ ਉਸ ਕੈਬਨਿਟ ਮੀਟਿੰਗ ਦੇ ਵਿਚਕਾਰੋਂ ਉੱਠ ਕੇ ਚਲੇ ਗਏ ਅਤੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਵਾਸਤੇ ਉਹਨਾਂ ਦੇ ਪਟਿਆਲੇ ਰਿਹਾਇਸ਼ ਤੇ ਪਹੁੰਚੇ ਸੀ। ਉਹਨਾਂ ਫਿਰ ਸਾਫ਼ ਕੀਤਾ ਕਿ ਅਸਤੀਫਾ ਮੈਂ ਨਹੀਂ ਦਿੱਤਾ। ਤੇ ਫਿਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਪੁੱਛ ਲਿਆ ਗਿਆ, ਉਹਨਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਅਸਲ ਦੇ ਵਿੱਚ ਕਾਰਨ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨਾਰਾਜ਼ ਚੱਲ ਰਹੇ ਸੀ, ਜਿਨ੍ਹਾਂ ਨੇ ਆਪਣੀ ਚਿੱਠੀ ਦੇ ਵਿੱਚ ਇੱਕ ਜ਼ਿਕਰ ਵੀ ਕੀਤਾ ਹੈ। ਪਰ ਖਬਰ ਮਿਲੀ ਹੈ ਕਿ ਇਹ ਤਤਕਾਲੀ ਜਿਹੜਾ ਸਭ ਤੋਂ ਵੱਡਾ ਕਾਰਨ ਬਣਿਆ ਉਹ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣਾ। ਅਸਤੀਫਾ ਦਿੱਤਾ ਗਿਆ, ਉਹਦੇ ਕਾਰਨ ਕਈ ਹੋਰ ਵੀ ਨੇ। ਉਹ ਕਿਹੜੇ ਕਾਰਨ ਰਹੇ, ਅੱਜ ਦਾ ਆਪਣਾ ਪ੍ਰੋਗਰਾਮ ਪੰਜਾਬ ਬੋਲਦਾ ਜ਼ਰੂਰ ਸੁਣ ਲੈਣਾ। ਉਹਦੇ ਵਿੱਚ ਤਕਰੀਬਨ ਬਹੁਤ ਲੰਬੀ ਚੌੜੀ ਵਿਚਾਰ ਚਰਚਾ ਇਸੇ ਮਸਲੇ ਤੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਰਜ਼ੀਆ ਸੁਲਤਾਨਾ ਨੂੰ ਵੀ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ। ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗਾ। ਇਸੇ ਤਰ੍ਹਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਪੁੱਛਿਆ ਗਿਆ ਕਿ ਕੀ ਹੋਵੇਗਾ। ਉਹ ਕਹਿੰਦੇ ਕੱਲ੍ਹ ਤੱਕ ਅਸੀਂ ਮਾਮਲਾ ਸੁਲਝਾ ਲਵਾਂਗੇ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ ਨੇ, ਹਾਈ ਕਮਾਂਡ ਦੇ ਨਾਲ ਇਸ ਮਾਮਲੇ ਤੇ ਗੱਲਬਾਤ ਚੱਲ ਰਹੀ ਹੈ ਤੇ ਕੱਲ੍ਹ ਤੱਕ ਮੈਨੂੰ ਉਮੀਦ ਹੈ ਕਿ ਇਸ ਮਸਲੇ ਨੂੰ ਅਸੀਂ ਹੱਲ ਕਰ ਲਵਾਂਗੇ। ਪਰ ਇੱਥੇ ਜੇ ਟਿੱਪਣੀ ਕਰੀਏ, ਪਹਿਲਾ ਮਸਲਾ ਕਿ ਪ੍ਰਧਾਨ ਕੌਣ ਹੋਵੇ ਕੌਣ ਨਾ ਹੋਵੇ, ਕਿ ਪ੍ਰਗਟ ਸਿੰਘ ਨੂੰ ਬਾਹਰ ਕੀਤਾ ਜਾਵੇ, ਕਿ ਨਵਜੋਤ ਸਿੰਘ ਸਿੱਧੂ ਨੂੰ ਅੰਦਰ ਕੀਤਾ ਜਾਵੇ, ਕਿ ਸੁਨੀਲ ਜਾਖੜ ਨੂੰ ਕੱਢਿਆ ਜਾਵੇ, ਕਿ ਰਹਿਨੁਮਾਈ 2022 'ਚ ਕਿਹਦੀ ਹੋਵੇ। ਕਈ ਮਹੀਨਿਆਂ ਤੋਂ ਬਾਅਦ ਕਿਤੇ ਜਾ ਕੇ ਗੱਲ ਧਣ ਪੱਤਣ ਲੱਗੀ ਸੀ। ਹੁਣ ਵੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਛੇਤੀ ਠੰਡਾ ਕਰਦੇ ਆ ਜਾਂ ਨਹੀਂ। ਪਰ ਦੂਸਰੇ ਪਾਸਿਓਂ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਇਹ ਪਤਾ ਲੱਗ ਰਿਹਾ ਕਿ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ ਤੇ ਨਾਲ ਹੀ ਹਾਈ ਕਮਾਨ ਨੇ ਪੰਜਾਬ ਸੂਬਾ ਕਾਂਗਰਸ ਨੂੰ, ਪੰਜਾਬ ਇਕਾਈ ਨੂੰ ਆਖਿਆ ਕਿ ਇਸ ਮਸਲੇ ਦਾ ਹੱਲ ਤੁਸੀਂ ਸੂਬਾ ਪੱਧਰ ਤੇ ਕੱਢੋ ਤੇ ਜੇਕਰ ਤੁਹਾਡੇ ਕੋਲੋਂ ਇਹ ਮਸਲਾ ਨਾ ਨਜਿੱਠਿਆ ਗਿਆ ਫਿਰ ਇਹਦੇ ਵਿੱਚ ਹਾਈ ਕਮਾਨ ਦਖਲ ਦੇਊਗੀ। ਕੇਸੀ ਵੇਣੂਗੋਪਾਲ ਨੇ ਵੀ ਕਿਹਾ ਕਿ ਅਸੀਂ ਮਸਲੇ ਨੂੰ ਵੇਖ ਰਹੇ ਹਾਂ। ਦੱਸਣਾ ਬਣਦਾ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਤੋਂ ਕਿਸੇ ਦੇ ਆਖੇ ਤੇ ਨਹੀਂ ਆਪ ਅਸਤੀਫਾ ਲਿਖਾ ਤੇ ਟਵੀਟ ਕਰ ਦਿੱਤਾ ਸੀ ਤੇ ਉਹਨਾਂ ਨੇ ਜਿਹੜੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਕਿਸੇ ਵੀ ਵਿਅਕਤੀ ਦੇ ਵਿਅਕਤੀਤਵ ਵਿੱਚ ਗਿਰਾਵਟ ਸਮਝੌਤੇ ਨਾਲ ਸ਼ੁਰੂ ਹੁੰਦੀ ਹੈ। ਮੈਂ ਪੰਜਾਬ ਦੇ ਭਵਿੱਖ ਅਤੇ ਪੰਜਾਬ ਦੇ ਕਲਿਆਣ ਦੇ ਏਜੰਡੇ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰ ਸਕਦਾ। ਉਹਨਾਂ ਲਿਖਿਆ ਕਿ ਇਸ ਲਈ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਰਿਹਾ ਹਾਂ। ਕਾਂਗਰਸ ਦੀ ਸੇਵਾ
करना जारी रखागा, भाव कांग्रेस के विच रहांगा। दसना बनता है कि इसे ही वरे सिद्धू ने जुलाई महीने दे विच पंजाब कांग्रेस के प्रधान दे वजों अपना अहुदा संभालिया सी। हुण उन्होंने आख्या कि मैं समझौता नहीं करता, खास करके पंजाब की जो गल आवे, पंजाबी की जो गल आवे उत्थे समझौते का सवाल नहीं हुंदा। जदों बंदा समझौता करता है मतलब उहदे व्यक्तित्व दे विच गिरावट आउंदी है। हुण वेखदे हां कि उन्होंने अस्तीफा दे दिता है, कारण उन्होंने की ने, मैं पहला भी जिक्र कर रहा कि लंबी चौड़ी आपां विचार चर्चा की। दरअसल कारण सारे उही ने कि वो जड़ियां गल्लां कहिंदे ने, जे उन्होंने मना लिया गया अस्तीफा उन्होंने वापस ले लिया, कि उन्हां गल्लां ते सहमति हुंदी है कि उन्हां बंदियां नूं लांभे कीता जांदा है। हुण अस्तीफे तो बाद पटियाले दे विच गड्डियां दे हूटर वजदे बहुत सोहणे। सिद्धू दे घर कदे कोई विधायक कदे कोई मंत्री जा रहा सी ते कोई आ रहा सी। लगातार देर रात तक यह सिलसिला जारी रहा। मीटिंगां नवजोत सिंह सिद्धू के घर के अंदर चलदियां रहियां। जदों मीटिंग तो बाहर कोई भी कांग्रेस आगी निकलता रहा, किसी भी आगू ने चुप धारी हुई सी, चुप तोड़ी नहीं। कुछ ने आख्या कि हाँ अगली सवेर तक ये मसला हल हो सकता है। हुण मंगलवार की शाम नवजोत सिंह सिद्धू के घर जड़े पहुंचे मंत्री, कुछ विधायक, वो देर रात तक जिस तरह मैं आख रहा कि सिलसिला चलता रहा। करीब 5 बजे नवजोत सिंह सिद्धू के घरे सब तो पहला विधायक कुलजीत नागरा पहुँचते हैं। उहदे तो बाद इंदरवीर सिंह बुलारीआ पहुँचते हैं। फिर उन्होंने सलाहकार मुहम्मद मुस्तफा पहुँचते हैं। फिर कैबिनेट मंत्री रजिया सुल्ताना पहुँचते हैं। पर मैं दस दियाँ कि रजिया सुल्ताना ने अस्तीफा दे दिता तो मुहम्मद मुस्तफा ने लिखा कि शाबाश, मेरी घरवाली ने वो बोल्ड डिसीजन लिया जिहदी पंजाब नूं जरूरत है। तो फिर कार्यकारी प्रधान सुखविंदर सिंह डैनी पहुँचते हैं। फिर विधायक सुखपाल सिंह खैरा पहुँचते हैं। मैं दस दियां कि राणा गुरजीत सिंह होरां दा जेकर किसी ने सब तो वध विरोध पिछली कैबिनेट दे विच जदों कैप्टन अमरिंदर सिंह दी दे विच हुंदे सी, भावें कि उस वक्त सुखपाल सिंह खैरा विरोधी धਿਰ दे विच सी, सब तो वड्डे पद्धर ते मुद्दा सुखपाल खैरा ने उठाया सी। आ भी जिस दिन तो क्यासराइयां लग रही सन कि उन्होंने मंत्री मंडल में शामिल किया जाएगा। 5-6 बंदियां नूं लैके, विधायकों नूं लैके उचेचे तौर पर नवजोत सिंह सिद्धू होरां दे नाल सुखपाल खैरा ने इस मसले ते फिर मुलाकात की सी। वो भी नवजोत सिंह सिद्धू घर पहुंचे, बावा हैनरी पहुंचे, मैंबर पार्लीमेंट अमर सिंह पहुंचे, विधायक कुलबीर जीरा पहुंचे, कैबिनेट मंत्री प्रगट सिंह पहुंचे, नवजोत सिंह सिद्धू के मीडिया सलाहकार सुरिंदर डल्ला पहुंचे, विधायक निर्मल शतराणा पहुंचे, विधायक कुशलदीप किक्की ढिल्लों पहुंचे, विधायक जसदेव सिंह कमालू पहुंचे, पिरमल सिंह खालसा पहुंचे, कैबिनेट मंत्री राजा वड़िंग भी पहुंचे, तो कुछ होर एक लीडर भी उन्होंने घर दे विच पहुंचे अते उन्हां दे नाल मुलाकातां दा सिलसिला ये जारी रहा। पर अस्तीफे के बाबत आखिरी फैसला नवजोत सिंह सिद्धू के वलों कोई नहीं किया गया। इसी दौरान इस मीटिंग के विच पहुंचे सुखपाल खैरा ने कहा कि नवजोत सिंह सिद्धू नूं अस्तीफा नहीं सी देना चाहिए, वो सारिਆਂ नाल मिल के पार्टी हाईकमांड नाल गलबात करन। उन्होंने ये भी कहा कि पार्टी नूं सिद्धू वर्गे प्रधान की लोड़ है। राजा वड़िंग ने भी आख्या कि बहुता मसला वड्डा नहीं, कल सवेर तक हल हो जाएगा। एक सवाल के होर जवाब दे विच उत्थे मौजूद मंत्री प्रगट सिंह ने कहा कि वह बुधवार नूं कैप्टन अमरिंदर सिंह के बाबत भी कई खुलासे करनगे। हुण खुलासे की करनगे अपने आप दे विच बहुत वड्डी गल आ गई है, क्योंकि कल सवेर जिहड़ी उन्होंने आख्या भाव आ बुधवार, हाईकमान ने भी आख्या छेती फैसला करो। चरणजीत सिंह चन्नी होरी भी कहते फैसला कर लवांगे, बाकी कैबिनेट मंत्रियों भी उम्मीद है। पर प्रगट सिंह मीटिंग विचाले छड्ड के जदों नवजोत सिंह सिद्धू नाल मुलाकात तो बाद बाहर निकलदे आ, उदों उन्हां दा कहना कि कल नूं कैप्टन अमरिंदर सिंह के बाबत खुलासे करांगे तो गल कोई वड्डी हो सकती है। ते नाल ही असल दे विच जिथों ये भसूड़ी पई है ना, वो जदों मंत्रियों नूं विभागां दी वंड की गई, महकमे तकसीम किए गए, जिहड़ी जानकारी मिली है उहदे मुताबक मुख मंत्री चरणजीत सिंह चन्नी ने अपने कोल कुल 14 विभाग रखे है। मुख मंत्री कोल परसोनल, विजिलेंस, आम प्रशासन, न्याय, कानूनी ते विधानक मामले, सूचना ते लोक संपर्क, वातावरण, माइनिंग, जियोलॉजी, शहरी हवाबाजी, आबकारी, इन्वेस्टमेंट, प्रमोशन, प्राहुणाचारी, ऊर्जा ते सैर सपाटा ते सभ्याचारक मामले, ये सारे मुख मंत्री चरणजीत सिंह चन्नी होरां ने लगभग 14 महकमे अपने कोल रख लए है। इहदे तो बाद
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਭ ਤੋਂ ਅਹਿਮ ਮਹਿਕਮਾ ਗ੍ਰਹਿ ਵਿਭਾਗ ਦਿੱਤਾ ਗਿਆ ਹੈ ਤੇ ਨਾਲ ਜੇਲ੍ਹ ਅਤੇ ਸਹਿਕਾਰਤਾ ਵਿਭਾਗ ਵੀ ਉਹਨਾਂ ਨੂੰ ਸੌਂਪਿਆ ਗਿਆ। ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਅਤੇ ਨਾਲ ਹੀ ਆਜ਼ਾਦੀ ਘੁਲਾਟੀ ਵਿਭਾਗ ਵੀ ਦਿੱਤਾ ਗਿਆ ਹੈ। ਬ੍ਰਹਮ ਮਹਿੰਦਰਾ ਨੂੰ ਸਥਾਨਕ ਸਰਕਾਰਾਂ ਤੇ ਚੋਣ ਵਿਭਾਗ ਦਾ ਅਹੁਦਾ ਦਿੱਤਾ ਗਿਆ ਹੈ, ਮਹਿਕਮਾ ਦਿੱਤਾ ਗਿਆ ਹੈ। ਮਨਪ੍ਰੀਤ ਬਾਦਲ ਨੂੰ ਪਹਿਲਾਂ ਵਾਲਾ ਹੀ ਵਿੱਤ ਵਿਭਾਗ, ਟੈਕਸੇਸ਼ਨ ਅਤੇ ਯੋਜਨਾ ਵਿਭਾਗ ਦੇ ਦਿੱਤਾ ਗਿਆ ਹੈ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹਦੇ ਤੋਂ ਇਲਾਵਾ ਅਰੁਣਾ ਚੌਧਰੀ ਨੂੰ ਰੈਵਨਿਊ ਅਤੇ ਕੁਦਰਤੀ ਆਫਤ ਪ੍ਰਬੰਧਨ ਵਿਭਾਗ ਦਿੱਤਾ ਗਿਆ ਹੈ। ਸੁਖਵਿੰਦਰ ਸੁਖ ਸਰਕਾਰੀ ਨੂੰ ਪਾਣੀ ਸਰੋਤ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦਿੱਤਾ ਗਿਆ ਹੈ। ਰਾਣਾ ਗੁਰਜੀਤ ਸਿੰਘ ਨੂੰ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀ ਟ੍ਰੇਨਿੰਗ ਦਾ ਵਿਭਾਗ ਦਿੱਤਾ ਗਿਆ ਹੈ। ਰਜ਼ੀਆ ਸੁਲਤਾਨਾ ਭਾਵੇਂ ਬਾਅਦ ਵਿੱਚ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਜ਼ੀਆ ਸੁਲਤਾਨਾ ਨੂੰ ਵਾਟਰ ਸਪਲਾਈ, ਸੈਨੀਟੇਸ਼ਨ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦਿੱਤਾ ਗਿਆ ਸੀ। ਵਿਜੇ ਇੰਦਰ ਸਿੰਗਲਾ ਨੂੰ ਲੋਕ ਨਿਰਮਾਣ ਅਤੇ ਪ੍ਰਸ਼ਾਸਕੀ ਸੁਧਾਰ ਮੰਤਰਾਲਾ ਦਿੱਤਾ ਗਿਆ ਹੈ। ਭਾਰਤ ਭੂਸ਼ਣ ਆਸ਼ੂ ਨੂੰ ਫੂਡ, ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰ ਮੰਤਰਾਲਾ ਦਿੱਤਾ ਗਿਆ ਹੈ। ਕਾਕਾ ਰਣਦੀਪ ਨਾਭਾ ਨੂੰ ਖੇਤੀ ਅਤੇ ਕਿਸਾਨ ਵੈਲਫੇਅਰ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦਿੱਤਾ ਗਿਆ ਹੈ। ਰਾਜਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ, ਨਵੀਂ ਊਰਜਾ ਸਰੋਤ ਅਤੇ ਮੈਡੀਕਲ ਸਿੱਖਿਆ ਤੇ ਰਿਸਰਚ ਵਿਭਾਗ ਦਿੱਤਾ ਗਿਆ ਹੈ। ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ, ਵਾਈਲਡ ਲਾਈਫ ਅਤੇ ਲੇਬਰ ਵਿਭਾਗ ਦਿੱਤਾ ਗਿਆ ਹੈ। ਪ੍ਰਗਟ ਸਿੰਘ ਹੋਰਾਂ ਨੂੰ ਉਹਨਾਂ ਨੂੰ ਸਕੂਲੀ ਸਿੱਖਿਆ, ਹਾਇਰ, ਖੇਡਾਂ ਅਤੇ NRI ਵਿਭਾਗ ਦਿੱਤਾ ਗਿਆ ਹੈ ਤੇ ਨਾਲ ਕਈ ਹੋਰ ਵਿਭਾਗ ਵੀ ਆ ਉਹਨਾਂ ਕੋਲੇ। ਤੇ ਨਾਲ ਹੀ ਅਮਰਿੰਦਰ ਰਾਜਾ ਵੜਿੰਗ ਜਿਨ੍ਹਾਂ ਦੀ ਅੱਖ ਟਰਾਂਸਪੋਰਟ ਵਿਭਾਗ ਤੇ ਸੀ, ਉਹਨਾਂ ਦੇ ਹਵਾਲੇ ਉਹੀ ਕਰ ਦਿੱਤਾ ਗਿਆ ਹੈ। ਅਤੇ ਗੁਰਕੀਰਤ ਸਿੰਘ ਕੋਟਲੀ ਨੂੰ ਇੰਡਸਟਰੀ ਅਤੇ ਕਾਮਰਸ, ਇਨਫੋਰਮੇਸ਼ਨ ਟੈਕਨੋਲੋਜੀ ਐਂਡ ਸਾਇੰਸ ਵਿਭਾਗ ਦੇ ਦਿੱਤਾ ਗਿਆ ਹੈ। ਆਹ ਵਿਭਾਗਾਂ ਦੀ ਜਦੋਂ ਵੰਡ ਕੀਤੀ ਗਈ, ਖਬਰਾਂ ਇਹ ਵੀ ਨੇ ਕਿ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਵਿੱਚੋਂ ਵੀ ਖਫਾ ਹੋਏ ਨੇ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ। ਤੇ ਅਸਤੀਫੇ ਤੋਂ ਬਾਅਦ ਵਿਰੋਧੀਆਂ ਦੇ ਤੇ ਕੁਝ ਆਪਣਿਆਂ ਦੇ ਤਿੱਖੇ ਵਾਰ ਹੋਏ ਨੇ ਨਵਜੋਤ ਸਿੰਘ ਸਿੱਧੂ ਤੇ, ਕਿਉਂਕਿ ਵਿਭਾਗਾਂ ਦੀ ਵੰਡ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਸੀ। ਪਰ ਜਦੋਂ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ, ਅਹੁਦੇ ਵੰਡ ਦਿੱਤੇ ਗਏ, ਉਹਦੇ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਆਉਂਦਾ ਤੇ ਉਧਰ ਹਲੇ ਇੱਕ ਦੂਸਰੇ ਦੇ ਮੂੰਹ ਵਿੱਚ ਲੱਡੂ ਤੇ ਬਰਫੀਆਂ ਪਾਈਆਂ ਜਾ ਰਹੀਆਂ ਸੀ। ਅੱਧਿਆਂ ਕੁ ਦਾ ਸਵਾਦ ਉਹਨਾਂ ਨੇ ਕਿਰਕਰਾ ਕੀਤਾ। ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੱਧੂ ਤੇ ਤਿੱਖਾ ਹਮਲਾ ਕੀਤਾ। ਹੁਣ ਤਿੱਖਾ ਹਮਲਾ ਕੀਤਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ। ਉਹ ਕਹਿੰਦੇ ਇਹ ਕੋਈ ਕ੍ਰਿਕਟ ਹੈ, ਇਹ ਕੋਈ ਖੇਡ ਹੈ ਕਿ ਇਸ ਪੂਰੇ ਐਪੀਸੋਡ ਦੇ ਨਾਲ ਕਾਂਗਰਸ ਹਾਈ ਕਮਾਂਡ ਦਾ ਭਰੋਸਾ ਤੋੜਿਆ ਤੁਸੀਂ ਚਾਹੇ ਕਹਿੰਦੇ ਆਪਣੇ ਆਪ ਨੂੰ ਜਿੰਨਾ ਮਰਜ਼ੀ ਵੱਡਾ ਦਿਖਾ ਦਿਓ, ਪਰ ਇਸ ਧੋਖੇ ਨੂੰ ਜਿਹੜਾ ਤੁਸੀਂ ਕਾਂਗਰਸ ਨਾਲ ਕੀਤਾ, ਹਾਈ ਕਮਾਂਡ ਨਾਲ ਕੀਤਾ, ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸੁਨੀਲ ਜਾਖੜ ਹੋਰਾਂ ਨੇ ਟਵੀਟ ਕੀਤਾ ਹੈ। ਅੱਜ ਕੱਲ੍ਹ ਗੱਲਾਂ ਫੋਨ ਤੇ ਘੱਟ ਹੁੰਦੀਆਂ ਨੇ, ਟਵੀਟਾਂ ਤੇ ਜ਼ਿਆਦਾ ਹੁੰਦੀਆਂ ਨੇ। ਉਹਨਾਂ ਨੇ ਵੀ ਟਵੀਟ ਕੀਤਾ ਹੈ। ਉਹ ਕਹਿੰਦੇ ਇਹ ਕੋਈ ਕ੍ਰਿਕਟ ਨਹੀਂ, ਇਸ ਸਮੁੱਚੇ ਐਪੀਸੋਡ ਵਿੱਚ ਜਿਸ ਗੱਲ ਤੇ ਸਮਝੌਤਾ ਕੀਤਾ ਗਿਆ ਉਹ ਹੈ ਕਾਂਗਰਸ ਲੀਡਰਸ਼ਿਪ ਦੁਆਰਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਸ਼ਵਾਸ। ਦੂਸਰੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨਾਲ 3-4 ਦਿਨ ਹੱਥਾਂ 'ਚ ਹੱਥ ਪਾ ਕੇ ਤੁਰਦੇ ਰਹੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਹ ਕਹਿੰਦੇ ਮੇਰੀ ਤੇ ਨਵਜੋਤ ਸਿੰਘ ਸਿੱਧੂ ਦੀ ਕੋਈ ਨਾਰਾਜ਼ਗੀ ਨਹੀਂ, ਉਹ ਇੱਕ ਚੰਗੇ ਲੀਡਰ ਨੇ, ਉਹ ਸਿੱਧੂ ਨਾਲ ਬੈਠਣਗੇ, ਗੱਲ ਕਰਨਗੇ, ਪ੍ਰਧਾਨ ਦੀ ਨਾਰਾਜ਼ਗੀ ਦੂਰ ਕਰ ਦਿੱਤੀ ਜਾਏਗੀ। ਉਹਨਾਂ ਕਿਹਾ ਕਿ ਜਦੋਂ ਵੀ ਕੋਈ ਮਿਲ ਕੇ ਬੈਠਦਾ ਹੈ ਤੇ ਮਸਲਾ ਸੁਲਝ ਜਾਂਦਾ ਤੇ ਅਸੀਂ ਵੀ ਮਿਲ ਕੇ ਬੈਠਾਂਗੇ ਤੇ ਮਸਲਾ ਸੁਲਝਾ ਲਵਾਂਗੇ। ਨਵਜੋਤ ਸਿੰਘ ਸਿੱਧੂ ਸਾਡੇ ਅੱਜ ਵੀ ਪ੍ਰਧਾਨ ਨੇ। ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹ ਕਹਿੰਦੇ ਕਾਂਗਰਸ ਹਾਈ ਕਮਾਨ ਨੂੰ ਮੈਂ ਤਾਂ ਪਹਿਲਾਂ ਵੀ ਆਖਿਆ ਸੀ ਤੇ ਹੁਣ ਇੱਕ ਵਾਰੀ ਫੇਰ ਆਖਦਾ, ਭਾਵੇਂ ਕਿ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਪਹਿਲਾਂ ਵੀ ਗੱਲ ਨਹੀਂ ਸੀ ਸੁਣੀ ਕੈਪਟਨ ਅਮਰਿੰਦਰ ਸਿੰਘ ਦੀ ਤੇ ਹੁਣ ਵੀ ਨਹੀਂ ਸੁਣੀ। ਉਹਨਾਂ ਨੇ ਫੇਰ ਆਖਿਆ ਕਿ ਮੈਂ ਕਹਿੰਦਾ ਕਿ ਅਸਤੀਫਾ ਪ੍ਰਵਾਨ ਕਰੋ, ਤੁਰੰਤ ਪ੍ਰਵਾਨ ਕਰੋ ਅਤੇ ਕਿਸੇ ਸਮਰੱਥ ਵਿਅਕਤੀ ਨੂੰ ਕਾਂਗਰਸ ਦਾ ਪ੍ਰਧਾਨ ਲਾਓ। ਉਹਨਾਂ ਆਖਿਆ ਕਿ ਸੁਨੀਲ ਜਾਖੜ ਇਸ ਅਹੁਦੇ ਦੇ ਵਾਸਤੇ ਸਭ ਤੋਂ ਯੋਗ ਵਿਅਕਤੀ ਨੇ ਹਾਲੇ ਵੀ। ਉਹ ਕਹਿੰਦੇ ਸਿੱਧੂ ਕੋਈ ਸਿਧਾਂਤ ਹੀ ਨਹੀਂ, ਉਹ ਆਉਂਦੇ ਦਿਨਾਂ ਦੇ ਵਿੱਚ ਕਿਸੇ ਹੋਰ ਪਾਰਟੀ ਨਾਲ ਹੱਥ ਮਿਲਾਊ, ਉਹ ਜ਼ਮੀਨ ਤਲਾਸ਼ ਰਿਹਾ। ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਿੱਧੂ ਸਥਿਰ ਵਿਅਕਤੀ ਨਹੀਂ, ਉਹ ਸਰਹੱਦੀ ਸੂਬੇ ਪੰਜਾਬ ਦੇ ਅਨੁਕੂਲ ਨਹੀਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੰਸਦ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਆਖਿਆ, ਉਹਨਾਂ ਨੇ ਵੀ ਕਾਂਗਰਸ ਦੇ ਨਿਸ਼ਾਨੇ ਵਿੰਨੇ ਨੇ। ਉਹ ਕਹਿੰਦੇ ਕੁਰਸੀ ਦੀ ਜੰਗ 'ਚ ਪੰਜਾਬ ਤੇ ਪੰਜਾਬੀਆਂ ਦੀ ਬੇਇੱਜ਼ਤੀ ਕਰ ਰਹੇ ਨੇ ਕਾਂਗਰਸੀ। ਉਹ ਕਹਿੰਦੇ ਬਾਦਲਾਂ ਦੇ ਵਾਂਗ
ਕਾਂਗਰਸੀਆਂ ਨੂੰ ਵੀ ਹੁਣ ਸੱਤਾ ਦੇ ਵਿੱਚ ਬਣੇ ਰਹਿਣ ਦਾ 1 ਮਿੰਟ ਦਾ ਵੀ ਅਧਿਕਾਰ ਨਹੀਂ। ਇਹਨਾਂ ਦੀਆਂ ਜੜ੍ਹਾਂ ਉਖਾੜਨ ਦਾ ਸਮਾਂ ਆ ਗਿਆ। ਉਹ ਕਹਿੰਦੇ ਪੰਜਾਬ ਦੀ ਸਿਆਸਤ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਪਾਰਟੀ, ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦਾ ਭਵਿੱਖ ਬਚਿਆ ਹੈ, ਜਿਹਦੇ ਤੇ ਲੋਕ ਭਰੋਸਾ ਕਰ ਸਕਦੇ ਆ। ਉਹ ਕਹਿੰਦੇ ਲੋਕਾਂ ਦਾ ਭਰੋਸਾ ਦਿੱਲੀ ਵਾਲਿਆਂ ਨੂੰ ਪੁੱਛੋ, 3 ਵਾਰ ਤਦੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਉੱਥੇ ਸਰਕਾਰ ਬਣਾਈ। ਉਹ ਕਹਿੰਦੇ ਮੈਨੂੰ ਲੱਗਦਾ ਕਿ ਸਿੱਧੂ ਨੂੰ ਜੇਕਰ ਸ਼ਾਂਤ ਕਰਨਾ ਹੋਵੇ, ਮਨਾਉਣਾ ਹੋਵੇ, ਕੋਈ ਸੁਖਾਲਾ ਹੀ ਹੈ, ਵੱਡਾ ਕੰਮ ਨਹੀਂ। ਉਹ ਕਹਿੰਦੇ ਸੁਪਰ ਸੀਐਮ ਦੀ ਇੱਕ ਵੱਖਰੀ ਕਾਂਗਰਸ ਕੁਰਸੀ ਲਾ ਦੇਵੇ, ਸਿੱਧੂ ਝੱਟ ਸ਼ਾਂਤ ਹੋ ਜੂ। ਇਸੇ ਤਰ੍ਹਾਂ ਕਾਂਗਰਸ ਦੇ ਸੰਸਦ ਮੈਂਬਰ ਨੇ ਰਵਨੀਤ ਬਿੱਟੂ, ਉਹ ਕਹਿੰਦੇ ਬਹੁਤ ਸਾਰੇ ਲੋਕਾਂ ਦਾ ਕੰਮ ਹੀ ਇਹ ਹੁੰਦਾ ਕਿਸੇ ਪਾਰਟੀ ਵਿੱਚ ਆਉਣਾ ਤੇ ਜਾਣਾ। ਉਹ ਕਹਿੰਦੇ ਕਾਂਗਰਸ ਦੇ ਵਿੱਚ ਵੀ ਕੀ ਬੈਟਿੰਗ ਕਰਕੇ ਕੀ ਬੋਲਿੰਗ ਕਰਕੇ ਚਲੇ ਗਏ, ਹੁਣ ਰੁੱਸਿਆਂ ਨੂੰ ਕੋਈ ਨਹੀਂ ਮਨਾਉਂਦਾ। ਉਹ ਇੱਕ ਬੰਦੇ ਦੇ ਤੁਰ ਜਾਣ ਨਾਲ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੁੰਦਾ, ਜਿਹੜਾ ਮਰਜ਼ੀ ਰੁੱਸੀ ਜਾਵੇ, ਹੁਣ ਕੋਈ ਕਿਸੇ ਨੂੰ ਮਨਾਉਣ ਨਹੀਂ ਜਾਊਗਾ। ਪਰ ਰਵਨੀਤ ਬਿੱਟੂ ਨੂੰ ਸ਼ਾਇਦ ਇਸ ਗੱਲ ਦਾ ਖਬਰ ਨਹੀਂ, ਸਾਰ ਨਹੀਂ ਸੀ ਕਿ ਲਗਭਗ 1.5 ਦਰਜਨ ਤਾਂ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਘਰ ਬੈਠੇ ਸੀ। ਇੱਕ ਤਾਂ ਨਾਲ ਦੀ ਨਾਲ ਪਤਾ ਲੱਗ ਸੀ ਰਜੀਆ ਸੁਲਤਾਨਾ ਨੇ ਮੰਤਰੀ ਮੰਡਲ ਚੋਂ ਅਸਤੀਫਾ ਦਿੱਤਾ, ਦੂਸਰੇ ਮੰਤਰੀ ਪ੍ਰਗਟ ਸਿੰਘ ਕੈਬਨਿਟ ਦੀ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ। ਤੁਸੀਂ ਕਹਿੰਦੇ ਹੋ ਕੋਈ ਮਨਾਉਣ ਨਹੀਂ ਜਾਂਦਾ, ਇਹ ਸਾਰੇ ਉਹਨਾਂ ਨੂੰ ਮਨਾਉਣ ਗਏ ਹੈ। ਪਰ ਅੱਗੇ ਉਹਨਾਂ ਨੇ ਹੋਰ ਕਿਹਾ, ਕਹਿੰਦੇ ਕਈ ਲੋਕ ਖੁਸ਼ ਹੁੰਦੇ ਹੀ ਪਤਾ ਕਿਵੇਂ ਨੇ, ਸਿਰ 'ਚ ਸਵਾਹ ਪਵਾ ਕੇ ਫੇਰ ਸ਼ਾਂਤ ਹੁੰਦੇ ਨੇ। ਉਹ ਕਹਿੰਦੇ ਦੱਸੋ ਮੈਂ ਇਹਨਾਂ ਬਾਰੇ ਕੀ ਆਖਾਂ। ਇੱਥੋਂ ਤੱਕ ਆਖਿਆ ਬਿੱਟੂ ਨੇ ਕਿ ਅੱਜ ਜੇਕਰ ਕੋਈ ਸੁਖਜਿੰਦਰ ਰੰਧਾਵਾ ਨੂੰ ਗ੍ਰਹਿ ਵਿਭਾਗ ਮਿਲਣ ਤੋਂ ਬਾਅਦ ਖੁਸ਼ ਨਹੀਂ ਤਾਂ ਦੱਸੋ ਅਸੀਂ ਕੀ ਕਰੀਏ। ਇਹ ਕੰਮ ਪਾਰਟੀ ਦਾ ਹੈ ਕਿ ਕਿਹੜਾ ਅਹੁਦਾ, ਕਿਹੜਾ ਵਿਭਾਗ ਕਿਹਨੂੰ ਦੇਣਾ, ਪਾਰਟੀ ਪ੍ਰਧਾਨ ਕਿਹਨੂੰ ਬਣਾਉਣਾ ਹੈ। ਕਹਿੰਦੇ ਜਦੋਂ ਨਵਜੋਤ ਸਿੰਘ ਸਿੱਧੂ ਪਾਰਟੀ ਪ੍ਰਧਾਨ ਬਣ ਗਿਆ, ਕਿਸੇ ਨੇ ਕਿਹਾ ਮੈਂ ਤੁਹਾਨੂੰ ਯਾਦ ਕਰਵਾ ਦੇਣਾ ਬਿੱਟੂ ਜੀ, ਤੁਸੀਂ ਕਿਹਾ ਸੀ। ਆ ਹੁਣ ਭਾਵੇਂ ਤੁਹਾਡੀਆਂ ਸੁਰਾਂ ਬਦਲ ਗਏ ਸੀ, ਪਰ ਆ ਝੱਟੀ ਫੇਰ ਬਦਲ ਗਏ। ਉਹ ਕਹਿੰਦੇ ਕਈਆਂ ਦੇ ਸਾਹਮਣੇ ਭਾਵੇਂ ਚੰਗੇ ਤੋਂ ਚੰਗਾ ਖਾਣਾ ਪਰੋਸ ਦਿਓ, ਉਹਨਾਂ ਦੇ ਵਿੱਚ ਮਿੱਟੀ ਸੁੱਟ ਕੇ ਗਲਤੀਆਂ ਕੱਢਣੀਆਂ ਹੁੰਦੀਆਂ, ਤੇ ਉਸੇ ਤਰ੍ਹਾਂ ਇਹ ਨਵਜੋਤ ਸਿੰਘ ਸਿੱਧੂ ਕਰ ਰਹੇ ਆ। ਹੁਣ ਵੇਖਦੇ ਹਾਂ ਕਿ ਕੁਝ ਆਪਣੇ ਪਰਾਏ ਹੁੰਦੇ ਲੱਗਦੇ ਆ, ਤੇ ਇਸ ਪਰਖ ਦੀ ਘੜੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਕੌਣ ਆਉਂਦਾ, ਹਾਈ ਕਮਾਨ ਕੀ ਆਖਦੀ ਹੈ। ਤੇ ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਖੀ ਸੀ ਕਿ ਮੈਨੂੰ ਤਾਂ ਲੱਗਦਾ ਕਿ ਰਾਹੁਲ ਤੇ ਪ੍ਰਿਯੰਕਾ ਤਜਰਬੇਕਾਰ ਨਹੀਂ, ਪਰ ਇਹ ਖੋਜ, ਇਹ ਅਹੁਦਾ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੇ ਕਾਰਨ ਮਿਲਿਆ ਸੀ, ਕਿਤੇ ਉਹ ਗੱਲਾਂ ਤਸਦੀਕ ਨਾ ਹੋ ਜਾਣ। ਤੇ ਦੂਸਰੇ ਪਾਸੇ ਸੁਖਬੀਰ ਬਾਦਲ ਨੇ ਵੀ ਆਖ ਦਿੱਤਾ ਕਿ ਮੈਂ ਤਾਂ ਪਹਿਲਾਂ ਆਖਿਆ ਸੀ ਕਿ ਮਿਸ ਗਾਈਡਡ ਮਿਜ਼ਾਈਲ ਹੈ, ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ। ਤੇ ਹੁਣ ਖਬਰ ਪੰਜਾਬ ਦੀ ਰਾਜਨੀਤੀ ਨਾਲੋਂ ਹਟ ਕੇ ਸਮੁੱਚੇ ਭਾਰਤ ਦੀ ਕਰਦੇ ਹਾਂ। ਕੋਵਿਡ-19 ਦੇ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਨੇ। ਇਸ ਮਹਾਮਾਰੀ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਪਰਿਵਾਰਕ ਜੀਆਂ ਨੂੰ ਖੋਣਾ ਪੈ ਗਿਆ। ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ, ਉਹਨਾਂ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦੀ ਹੁਣ ਪਹਿਲ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕੱਲ ਕਰੋਨਾ ਦੇ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ। ਗ੍ਰਹਿ ਮੰਤਰਾਲੇ ਨੇ ਇਸ ਸੰਬੰਧੀ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖੀ ਹੈ। ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਪੀੜਤਾਂ ਨੂੰ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਦੇ ਵਿੱਚੋਂ ਪੈਸੇ ਜਾਰੀ ਕੀਤੇ ਜਾਣ। ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਰੋਨਾ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਸੁਝਾਅ ਦਿੱਤਾ ਹੈ। ਇਹਦੇ 'ਚ ਰਾਹਤ ਮੁਹਿੰਮ, ਕਰੋਨਾ ਨਾਲ ਨਜਿੱਠਣ ਦੀਆਂ ਤਿਆਰੀਆਂ, ਉਹ ਲੋਕ ਵੀ ਸ਼ਾਮਲ ਹੋਣਗੇ ਜਿਨ੍ਹਾਂ ਦੀ ਮਹਾਮਾਰੀ ਕਾਰਨ ਮੌਤ ਦੀ ਪੁਸ਼ਟੀ ਹੋਈ ਹੈ। ਸੁਪਰੀਮ ਕੋਰਟ ਕਰੋਨਾ ਨਾਲ ਮਰੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਉਣ ਦੀ ਮੰਗ ਵਾਲੀ ਦਰਅਸਲ ਇੱਕ ਜਨਹਿਤ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ। ਸੁਪਰੀਮ ਕੋਰਟ ਦੇ ਵਿੱਚ ਦਾਇਰ ਹਲਫਨਾਮੇ 'ਚ ਕੇਂਦਰ ਸਰਕਾਰ ਨੇ ਦੱਸਿਆ ਸੀ ਕਿ NDMA ਦੇ ਵੱਲੋਂ ਪ੍ਰਸਤਾਵਿਤ ਰਾਸ਼ੀ ਦਾ ਭੁਗਤਾਨ ਸੂਬਿਆਂ ਵੱਲੋਂ SDRF ਰਾਹੀਂ ਕੀਤਾ ਜਾਵੇਗਾ। ਗ੍ਰਹਿ ਮੰਤਰਾਲੇ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਭਾਰਤ ਵਿੱਚ ਕਰੋਨਾ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਦਿਨ ਤੋਂ ਹੀ ਸਹਾਇਤਾ ਰਾਸ਼ੀ ਦੇਣ ਦਾ ਫੈਸਲਾ ਲਾਗੂ ਹੋਵੇਗਾ ਅਤੇ ਇਸ ਆਫਤ ਦੇ ਰੂਪ ਦੇ ਵਿੱਚ ਕਰੋਨਾ ਦੀ ਸੂਚਨਾ ਰੱਦ ਹੋਣ ਜਾਂ ਅਗਲੇ ਆਦੇਸ਼ ਤੱਕ ਇਹ 50-50 ਹਜ਼ਾਰ ਰੁਪਏ ਦੇਣ ਵਾਲਾ ਫੈਸਲਾ ਲਾਗੂ ਰਹੇਗਾ। ਕੇਂਦਰ ਸਰਕਾਰ ਨੇ ਇਸ ਸਾਲ 14 ਮਾਰਚ ਨੂੰ ਆਫਤ ਦੇ ਰੂਪ ਵਿੱਚ ਕਰੋਨਾ ਨੂੰ ਨੋਟੀਫਾਈ ਕੀਤਾ ਸੀ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਭਾਰਤ ਵਿੱਚ ਕਰੋਨਾ ਮਹਾਮਾਰੀ ਕਾਰਨ ਹੁਣ ਤੱਕ ਲਗਭਗ 4.5 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਹੁਣ ਗ੍ਰਹਿ ਮੰਤਰਾਲੇ ਨੇ ਆਦੇਸ਼ ਜਾਰੀ ਕਰ ਦਿੱਤਾ ਕਿ 50-50 ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਹੁਣ ਵੇਖਦੇ ਹਾਂ ਕਿ ਉਹਨਾਂ ਪਰਿਵਾਰਕ ਜੀਆਂ ਤੱਕ ਇਹ ਪਹੁੰਚਦੀ ਹੈ ਜਾਂ ਨਹੀਂ।
ਅਗਲੀ ਖਬਰ ਬਹੁਤ ਵੱਡੀ ਖਬਰ ਹੈ। ਕਾਰਨ ਇਹ ਕਿ ਜਦੋਂ ਹੁਣ ਤੁਸੀਂ ਘਰ ਦੇ ਵਿੱਚ ਬੈਠੇ ਆਪਣਾ ਇਹ ਪ੍ਰੋਗਰਾਮ ਵੇਖ ਰਹੇ ਹੋ ਜਾਂ ਕਿਤੇ ਕੰਮ ਕਰ ਜਾਂਦੇ ਰਸਤੇ ਵਿੱਚ ਸੁਣ ਰਹੇ ਹੋ ਜਾਂ ਰਜਾਈਆਂ ਤਾਣ ਕੇ ਸੌਂ ਜਾਂਦੇ ਜਾਂ ਮੱਛਰਦਾਨੀਆਂ ਲਾ ਕੇ ਸੌਂਦੇ ਆ, ਤੇ ਉਸ ਵਕਤ ਸਾਡੀਆਂ ਸਰਹੱਦਾਂ ਦੀ ਰਾਖੀ ਸਾਡੇ ਫੌਜੀ ਵੀਰ ਕਰ ਰਹੇ ਹੁੰਦੇ ਨੇ। ਫੌਜ ਦਾ ਜਵਾਨ ਹੋ ਸਕਦਾ ਉਸ ਵਕਤ ਕੋਈ ਸ਼ਹੀਦ ਹੋ ਰਿਹਾ ਹੋਵੇ ਤੇ ਤੁਸੀਂ ਸੁੱਖ ਦੀ ਨੀਂਦ ਸੌਂ ਰਹੇ ਹੋਵੋ। ਸ਼ਹੀਦਾਂ ਦੇ ਪਰਿਵਾਰਾਂ ਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਕੋਈ ਸ਼ਹਾਦਤ ਦਾ ਜਾਮ ਪੀਂਦਾ। ਪਿੰਡ ਦੇ ਵਿੱਚ ਵੀ ਕੋਈ ਮਾਣ ਕਰਦਾ ਤੇ ਕੋਈ ਸੋਗ ਦੀ ਲਹਿਰ ਵੀ ਦੌੜਦੀ ਹੈ। ਪਰ ਆਹ ਜਿਹੜੀ ਖਬਰ ਹੈ, ਪਰਿਵਾਰ ਤੁਸੀਂ ਦੇਖੋ ਕਿ ਕਿਵੇਂ ਇੱਕ ਵਾਰ 16 ਵਰ੍ਹਿਆਂ ਤੋਂ ਬਾਅਦ ਉਹਨਾਂ ਦੇ ਸਿਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਣਾ ਹੈ। 16 ਸਾਲ ਉਡੀਕ ਕਰ ਰਹੇ ਸੀ। ਉਡੀਕ ਭਾਵੇਂ ਬੜੀ ਲੰਬੀ ਸੀ ਕਿ ਅੱਜ ਪਰਤੇਗਾ ਕੱਲ ਪਰਤੇਗਾ, ਪਰ ਉਡੀਕ ਦੁੱਖ ਦੇ ਨਾਲ ਸਮਾਪਤ ਹੋ ਗਈ ਹੈ। ਯੂਪੀ ਦੇ ਗਾਜ਼ੀਆਬਾਦ ਦੇ ਰਹਿਣ ਵਾਲੇ ਫੌਜੀ ਜਵਾਨ ਅਮਰੀਸ਼ ਤਿਆਗੀ ਦਾ ਮਰਹੂਮ ਸਰੀਰ 16 ਵਰ੍ਹਿਆਂ ਤੋਂ ਬਾਅਦ ਬਰਫ਼ ਦੇ ਵਿੱਚ ਦੱਬਿਆ ਹੋਇਆ ਮਿਲਿਆ। ਅਮਰੀਸ਼ ਤਿਆਗੀ ਭਾਰਤੀ ਫੌਜ ਦੇ ਪਰਵਤਰੋਹੀ ਫੌਜੀ ਸਨ। 23 ਸਤੰਬਰ 2005 ਨੂੰ ਉਹ ਸਤੋਪੰਥ ਚੋਟੀ ਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਵਾਪਸ ਪਰਤ ਰਹੇ ਤੇ ਇੱਕ ਖੱਡ ਵਿੱਚ ਡਿੱਗ ਗਏ ਸੀ। ਉਹਨਾਂ ਦੇ ਨਾਲ 3 ਹੋਰ ਜਵਾਨ ਵੀ ਸ਼ਹੀਦ ਹੋ ਗਏ ਸਨ, ਪਰ ਉਹਨਾਂ ਦੇ ਮ੍ਰਿਤਕ ਸਰੀਰ ਮਿਲ ਗਏ ਸੀ, ਪਰ ਇਹਨਾਂ ਦੀ ਕੋਈ ਜਾਣਕਾਰੀ ਨਹੀਂ ਸੀ ਮਿਲ ਸਕੀ। ਕੁਝ ਦਿਨ ਪਹਿਲਾਂ ਪਤਾ ਲੱਗਿਆ ਕਿ ਬਰਫ਼ ਪਿਘਲੀ ਤੇ ਉੱਥੋਂ ਇੱਕ ਲਾਸ਼ ਮਿਲੀ। ਕੱਪੜੇ ਤੇ ਕੁਝ ਪੇਪਰਾਂ ਦੇ ਆਧਾਰ ਤੇ ਪਹਿਚਾਣ ਕੀਤੀ ਗਈ ਅਮਰੀਸ਼ ਦੇ ਰੂਪ ਦੇ ਵਿੱਚ। ਜਿਵੇਂ ਹੀ ਅਮਰੀਸ਼ ਦੇ ਮ੍ਰਿਤਕ ਸਰੀਰ ਦੀ ਸੂਚਨਾ ਉਹਦੇ ਪਿੰਡ ਪਹੁੰਚੀ ਤਾਂ ਲੋਕਾਂ ਦਾ ਅਮਰੀਸ਼ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ। ਫੌਜ ਵੱਲੋਂ ਕੀਤੇ ਗਏ ਫੋਨ ਕਾਲ ਵਿੱਚ ਪਰਿਵਾਰ ਨੂੰ ਦੱਸਿਆ ਗਿਆ ਕਿ ਅਮਰੀਸ਼ ਦਾ ਮ੍ਰਿਤਕ ਸਰੀਰ ਕੁਝ ਦਿਨਾਂ ਦੇ ਵਿੱਚ 1-2 ਦਿਨਾਂ ਦੇ ਵਿੱਚ ਗਾਜ਼ੀਆਬਾਦ ਦੇ ਮੁਰਾਦਨਗਰ ਥਾਣਾ ਇਲਾਕੇ ਵਿੱਚ ਉਹਨਾਂ ਦੇ ਜੱਦੀ ਪਿੰਡ ਲਿਆਂਦਾ ਜਾਏਗਾ। ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਸੰਸਕਾਰ ਕਰ ਦਿੱਤਾ ਜਾਏਗਾ। ਅਮਰੀਸ਼ ਤਿਆਗੀ 1995 ਦੇ ਵਿੱਚ ਭਾਰਤੀ ਫੌਜ ਦੇ ਵਿੱਚ ਭਰਤੀ ਹੋਏ ਸੀ। ਉਹਨਾਂ ਤੋਂ ਬਾਅਦ ਤੈਨਾਤੀ ਉਹਨਾਂ ਦੀ ਭਾਰਤ ਦੇ ਵੱਖੋ-ਵੱਖ ਹਿੱਸਿਆਂ ਵਿੱਚ ਹੁੰਦੀ ਰਹੀ। ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਤੇ ਕਈ ਵਾਰੀ ਉਹਨਾਂ ਨੇ ਤਿਰੰਗਾ ਲਹਿਰਾਇਆ ਸੀ ਤੇ ਸਤੰਬਰ 2005 ਵਿੱਚ ਅਮਰੀਸ਼ ਉੱਤਰਾਖੰਡ ਦੀ ਸਤੋਪੰਥ ਚੋਟੀ ਤੇ ਤਿਰੰਗਾ ਲਹਿਰਾ ਕੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਵਾਪਸ ਪਰਤ ਰਹੇ ਸੀ। 23 ਸਤੰਬਰ ਨੂੰ ਡੂੰਘੀ ਖੱਡ ਵਿੱਚ ਡਿੱਗੇ ਪਰ ਮੁੜ ਕੇ ਲੱਭੇ ਨਹੀਂ ਸੀ ਤੇ ਨਾਲ ਦੇ ਸਾਥੀ ਲੱਭ ਗਏ ਸੀ, ਪਰ ਉਹ ਵੀ ਰੱਬ ਨੂੰ ਪਿਆਰੇ ਹੋ ਚੁੱਕੇ ਸੀ। ਰੈਸਕਿਊ ਕਰਕੇ ਉਹਨਾਂ ਸਿਪਾਹੀਆਂ ਨੂੰ ਲੱਭ ਲਿਆ ਗਿਆ ਸੀ, ਪਰ ਅਮਰੀਸ਼ ਦਾ ਮ੍ਰਿਤਕ ਸਰੀਰ ਨਹੀਂ ਸੀ ਮਿਲ ਸਕਿਆ। ਪਰ ਪਰਿਵਾਰ ਦਾ ਦੱਸਣਾ ਹੈ ਕਿ ਅਸੀਂ ਅੱਜ ਤੱਕ 16 ਸਾਲ ਹੋ ਗਏ ਉਹਨਾਂ ਦੇ ਆਉਣ ਦੀ ਆਸ ਛੱਡੀ ਨਹੀਂ ਸੀ। ਉਹਨਾਂ ਦੇ ਵੱਡੇ ਭਰਾ ਰਾਮ ਕੁਮਾਰ ਤਿਆਗੀ ਨੇ ਦੱਸਿਆ ਕਿ ਉਹਨਾਂ ਨੇ ਅੱਜ ਤੱਕ ਅਮਰੀਸ਼ ਦੇ ਜਿੰਦਾ ਹੋਣ ਦੀ ਇੱਕ ਜੋਤ ਜਗਾ ਕੇ ਰੱਖੀ ਸੀ। ਸਾਨੂੰ ਭਰੋਸਾ ਸੀ ਕਿ ਜਾਨ ਬਚਾ ਕੇ ਉਹ ਕਿਤੇ ਨਾ ਕਿਤੇ ਜ਼ਰੂਰ ਹੋਵੇਗਾ। ਪਰ ਉਹਨਾਂ ਨੇ ਦੱਸਿਆ ਕਿ 24 ਸਤੰਬਰ ਨੂੰ ਦੇਰ ਸ਼ਾਮ ਦਿੱਲੀ ਫੌਜੀ ਹੈੱਡਕੁਆਟਰ ਤੋਂ 3 ਅਧਿਕਾਰੀ ਆਏ। ਉਹਨਾਂ ਨੇ ਅਮਰੀਸ਼ ਦੇ ਮ੍ਰਿਤਕ ਸਰੀਰ ਦੇ ਉੱਤਰਾਖੰਡ ਵਿੱਚ ਮਿਲ ਜਾਣ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਉਹ ਕਹਿੰਦੇ ਸਾਡੇ ਪਰਿਵਾਰ ਤੇ ਇੱਕ ਵਾਰ ਫਿਰ ਤੋਂ ਦੁੱਖਾਂ ਦਾ ਪਹਾੜ ਟੁੱਟਿਆ। ਜਾਣਕਾਰੀ ਜਿੰਨੀ ਕੁ ਮਿਲੀ ਹੈ ਕਿ ਅਮਰੀਸ਼ ਦਾ ਵਿਆਹ 2005 ਚ ਮੇਰਠ ਦੇ ਗਣੇਸ਼ਪੁਰ ਦੇ ਵਿੱਚ ਹੋਇਆ ਸੀ। ਜਿਸ ਸਮੇਂ ਅਮਰੀਸ਼ ਲਾਪਤਾ ਹੁੰਦੇ ਨੇ ਤਾਂ ਉਸ ਵਕਤ ਉਹਨਾਂ ਦੀ ਪਤਨੀ 5 ਮਹੀਨਿਆਂ ਦੀ ਗਰਭਵਤੀ ਸੀ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਸੀ। ਇਹ ਬਹੁਤ ਵੱਡਾ ਦੁਖਾਂਤ ਹੈ ਤੇ ਮੈਂ ਇੱਕ ਬੇਨਤੀ ਹੱਥ ਜੋੜ ਕੇ ਕਰਨੀ ਚਾਹੁੰਦਾ ਕਿ ਫੌਜੀਆਂ ਨੂੰ ਸਤਿਕਾਰ ਦਈਏ, ਫੌਜੀਆਂ ਨੂੰ ਭੈੜੇ ਭੈੜੇ ਨਾਵਾਂ ਨਾਲ ਨਾ ਬੁਲਾਇਆ ਕਰੀਏ। ਉਹ ਸਾਡੀ ਜਾਨ ਦੇ, ਸਾਡੀ ਮਾਲ ਦੇ, ਸਾਡੀਆਂ ਸਰਹੱਦਾਂ ਦੇ ਰਾਖੇ ਨੇ। ਸੋ ਦੋਸਤੋ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਵੀ ਕਰ ਦੇਣਾ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।